2364 है, एक 6635 आ, एक 8393 लगभग 18-19 हज़ार टीचर की भर्ती हाई कोर्ट के तक हुई है। तो इस करके हुई है कि कुछ टीचर्स ने कोर्ट के केसेस किए हुए हैं और मैं इनफैक्ट तुहाडे जरिए भी इन्हां नूं रिक्वेस्ट करूंगा क्योंकि साडे बच्चे आ, क्योंकि टीचर ने ही हमेशा जिंदगी दे विच समाज नूं बिल्डअप करना हुंदा। टीचर पेरेंट्स ते टीचर दो इहो जिहा इंसान आ जिन्हां ने बच्चे नूं शेप अप करना हुंदा। मैं हमेशा इस गल की रिस्पैक्ट करदा और मैं इन्हां नूं यही रिक्वेस्ट करदा कि आपां सारे जणे मैं किहा सी जां तां एक जथेबंदी बनाओ, तुहाडे जिहड़े आपसी कन्फ्लिक्ट आ तुसीं ओह तां सॉल्व हुण मान लो एक कहंदा भी ईटीटी चाहीदा, दूजा कहंदा नहीं चाहीदा। हुण जिहड़ा और एक गल होर भी है मैं तुहाडे नाल साझी कर लेना। एक टीचर एक टैंकी ते चढ़िया क्योंकि मैनूं बहुत बंदे ने क्वेश्चन कीते, मैं सारी डिटेल पूछी, ਉਹਦੇ नंबर पाई आ। ਇਹਦਾ मतलब ਜਾਂ ਤਾਂ ਸਕੂਲੇ कभी गया ही नहीं कल ते ਰਿਹਾ। मैं कभी भी इस गल ਲਈ ना कभी झुकिया ही ना कभी इस गल ਲਈ ਕੰਪਰੋਮਾਈਜ਼ ਹੀ ਕੀਤਾ। ਯੈਸ ਜਿਹੜੇ ਬੱਚੇ ਮੈਰਿਟ ਦੇ ਵਿੱਚ ਹੈਗੇ ਆ ਮੈਨੂੰ ਅਫਸੋਸ ਹੁੰਦਾ ਕਿ ਜਦੋਂ ਉਹ ਕਿਤੇ ਧਰਨੇ ਤੇ ਬੈਠਦੇ ਆ। ਮੈਂ ਤਾਂ ਪਿੱਛੇ ਜਿਹਾ ਵੀ ਇਹਨਾਂ ਨੂੰ ਕਿਹਾ ਸੀ, ਮੈਂ ਕਿਹਾ ਯਾਰ ਆ ਜਾਓ ਮੇਰੇ ਨਾਲ ਜਦੋਂ ਮਰਜ਼ੀ ਗੱਲ ਕਰੋ, ਲੇਕਿਨ ਜਿਹੜੀਆਂ ਆਪਸ ਵਿੱਚ ਇਹਨਾਂ ਦਾ ਕਨਫਲਿਕਟ ਆ ਆਪ ਹੁਣ ਕੋਰਟ ਦੇ ਇਸ਼ੂਜ਼ ਹੈਗੇ ਆ ਜੀ। ਸਾਡੀ 19,000 ਦੀ ਭਰਤੀ ਲਗਭਗ ਕੋਰਟ ਦੇ ਵਿੱਚ 31 ਤਰੀਕ ਹੈ। ਅੱਛਾ ਇਹਨਾਂ ਨੂੰ ਵੀ ਪਤਾ ਇੱਕ ਸਟਕ ਡਾਊਨ ਹੋ ਗਈ ਕਿਉਂਕਿ ਮੈਂ 3 ਦਿਨ ਏਜੀ ਕੋਲ ਆਪ ਖੁਦ ਬਹਿ ਕੇ ਐਡਵੋਕੇਟ ਜਨਰਲ ਕੋਲ ਖੁਦ ਬਹਿ ਕੇ ਮੈਂ ਕਿਹਾ ਵੀ ਇਹ ਕੰਟੀਨਿਊ ਇਹਦੀ ਬਹਿਸ ਕਰਾਉਣੀ ਹੈ ਔਰ ਉਹਦੇ ਵਿੱਚ 29 ਹੁਣ 29 ਨਵੰਬਰ ਹੈ, 2 ਦਸੰਬਰ ਹੈ ਔਰ ਇਹਦੇ ਤੋਂ ਇਲਾਵਾ ਅਸੀਂ ਲਗਭਗ 15,000 ਜਿਹੜੇ ਟੀਚਰਸ ਹੈ ਉਹਦੀ ਭਰਤੀ ਹੋਰ ਜਿਹੜੀ ਆ ਉਹ ਡਿਪਾਰਟਮੈਂਟਸ ਨੂੰ ਲਿਖੀ ਆ ਕਿਉਂਕਿ ਇਹ ਠੀਕ ਆ ਸਮਾਂ ਥੋੜਾ ਬਟ ਐਟ ਦਾ ਸੇਮ ਟਾਈਮ ਸਰਕਾਰ ਵੱਲੋਂ ਕੋਈ ਇਹੋ ਜਿਹੀ ਸਮੱਸਿਆ ਨਹੀਂ ਹੈ। ਲੇਕਿਨ ਸੋਲੂਸ਼ਨ ਯੈਸ ਸੋਲੂਸ਼ਨ ਨੂੰ ਟਾਈਮ ਲੱਗਦਾ ਕਿਉਂਕਿ ਪੈਨਿਕ ਆ ਵੀ ਪਤਾ ਨਹੀਂ ਕੋਡ ਆਫ ਕੰਡਕਟ ਲੱਗ ਗਿਆ, ਪਤਾ ਨਹੀਂ ਕੀ ਹੋ ਗਿਆ। आई एम वेरी पॉजिटिव, साढ़े चीफ मिनिस्टर बहुत पॉजिटिव है कि हाँ बई ਅਸੀਂ ਇਹਨੂੰ ਸੋਲਵ ਕਰਨਾ ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਜੇ 4 ਸੜਕਾਂ ਘੱਟ ਵੀ ਬਣ ਜਾਣਗੀਆਂ ਕੁਝ ਨਹੀਂ, ਲੇਕਿਨ ਜੇ ਸਾਡੀ ਆਉਣ ਵਾਲੀ ਪੀੜ੍ਹੀ ਜੇ ਉਹਨੂੰ ਅਸੀਂ ਸਮੇਂ ਦਾ ਹਾਣੀ ਬਣਾ ਸਕੇ ਤਾਂ ਉਹ ਹੀ ਸਾਡੀ ਬਿਹਤਰੀ ਲਈ ਕੰਮ ਕਰ ਸਕਦੀ ਆ, ਆਪਣੀ ਬਿਹਤਰੀ ਲਈ ਕਰ ਸਕਦੀ ਆ, ਪੰਜਾਬ ਦੀ ਬਿਹਤਰੀ ਲਈ ਕੰਮ ਕਰ ਸਕਦੀ ਆ। ਟੀਚਰ ਜਿਹੜਾ ਉਹ ਜਿੰਨਾ ਕੰਫਰਟ ਹੋਊਗਾ ਕੰਫਰਟੇਬਲ ਲੈਵਲ ਦੇ ਵਿੱਚ ਜਾਊਗਾ ਉਨਾ ਹੀ ਉਹ ਬਿਹਤਰ ਕੰਮ ਕਰ ਸਕੂਗਾ। ਮੈਂ ਤੁਹਾਡੇ ਨਾਲ ਈਵਨ ਹਾਇਰ ਐਜੂਕੇਸ਼ਨ ਦੀ ਗੱਲ ਵੀ ਕਰ ਸਕਦਾ ਕਿਉਂਕਿ ਮੈਂ ਸਾਰੇ ਜਿੰਨੇ ਵਾਈਸ ਚਾਂਸਲਰ ਹੈਗੇ ਈਵਨ ਪ੍ਰਾਈਵੇਟ ਯੂਨੀਵਰਸਿਟੀ ਦੇ ਸਰਕਾਰੀ ਯੂਨੀਵਰਸਿਟੀ ਦੇ ਸਾਡੀ ਜਿਹੜੀ ਇੰਪਲੋਏਬਿਲਿਟੀ ਆ 10 ਤੋਂ 12% ਆ। ਮੈਂ ਕਿਹਾ ਇਹਦਾ ਮਤਲਬ ਕਿ ਸਾਡੀ ਐਜੂਕੇਸ਼ਨ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਗੈਪ ਹੈਗਾ ਕਿਉਂਕਿ ਮੈਂ ਇੰਡਸਟਰੀਅਲਿਸਟ ਵੀ ਸੱਦੇ ਸੀ। ਇੰਡਸਟਰੀਅਲਿਸਟ ਕਹਿੰਦੇ ਸਾਨੂੰ ਬੱਚਾ ਨਹੀਂ ਮਿਲਦਾ ਕੰਮ ਕਰਨ ਲਈ, ਬੱਚਾ ਕਹਿੰਦਾ ਮੈਨੂੰ ਨੌਕਰੀ ਨਹੀਂ ਮਿਲਦੀ, ਇਹਦਾ ਮਤਲਬ ਕਿਤੇ ਨਾ ਕਿਤੇ ਗੈਪ ਹੈਗਾ। ਮੈਂ ਕਿਹਾ ਲੈਟ ਅਸ ਸਿਟ ਟੂਗੇਦਰ ਸਾਰੇ ਐਕਸਪਰਟਸ ਬੁਲਾ ਲਓ ਕਿਉਂਕਿ ਜੇ ਕੋਈ ਸਾਨੂੰ ਬਾਹਰੋਂ ਵੀ ਹਾਇਰ ਕਰਨਾ ਪੈਂਦਾ ਵੀ ਹੈਵ ਟੂ ਥਿੰਕ ਔਨ ਦੋਜ਼ ਲਾਈਨ। ਮੈਂ ਸਾਡੇ ਪੂਰੀ ਕੈਬਨਿਟ ਨੂੰ ਵੀ ਕਿਹਾ ਮੈਂ ਕਿਹਾ ਯਾਰ ਆਪਾਂ ਬਾਕੀ ਚੀਜ਼ਾਂ ਭਾਵੇਂ ਘੱਟ ਕਰ ਲਈਏ ਲੇਕਿਨ ਇਹ ਇਸ਼ੂ ਜਿਹੜਾ ਬੱਚਿਆਂ ਨੂੰ ਪੜ੍ਹਾਉਣ ਦਾ ਇਸ਼ੂ ਆ ਜੇ ਅਸੀਂ ਉਹਨਾਂ ਨੂੰ ਇੰਪਲੋਏਬਿਲਿਟੀ ਤੱਕ ਲੈ ਗਏ, ਜੇ ਉਹਨਾਂ ਨੂੰ ਸਮੇਂ ਦਾ ਹਾਣੀ ਬਣਾ ਲਿਆ ਔਰ ਉਹਦੇ ਚੈਲੰਜਸ ਹੈਗੇ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿਉਂਕਿ ਸਾਡੇ ਸਰਕਾਰੀ ਸਿਸਟਮ 'ਚ ਕਈ ਕਮਜ਼ੋਰੀਆਂ ਵੀ ਹੈਗੀਆਂ। ਪ੍ਰਾਈਵੇਟ ਸੈਕਟਰ ਕਾਸਟਲੀ ਬਹੁਤ ਹੈ, ਸਾਡੀਆਂ ਜਿਹੜੀਆਂ ਚੈਰੀਟੇਬਲ ਇੰਸਟੀਟਿਊਸ਼ਨਸ ਆ ਉਹਨਾਂ ਤੇ ਵੀ ਕਈ ਤਰ੍ਹਾਂ ਦੇ ਪ੍ਰੈਸ਼ਰ ਹੈਗੇ ਆ, ਚੈਲੰਜਸ ਵੀ ਹੈਗੇ ਆ, ਲੇਕਿਨ ਇਹਨੂੰ ਇੱਕ ਲੜੀ ਦੇ ਵਿੱਚ ਪਰੋ ਕੇ ਪੰਜਾਬ ਦਾ ਬੱਚਾ ਤਾਂ ਪੰਜਾਬ ਦਾ ਹੀ ਆ ਨਾ ਉਹਨੂੰ ਅੱਗੇ ਲੈ ਕੇ ਜਾਣਾ ਉਹਦੇ ਲਈ ਦੇਖੋ ਸਮਾਂ ਚਾਹੀਦਾ। ਮੈਂ ਨਹੀਂ ਕਹਿੰਦਾ ਓਵਰਨਾਈਟ ਹੁੰਦਾ ਕਿਉਂਕਿ ਕਈ ਵਾਰੀ ਹੁਣ ਸਪੋਰਟਸ ਦੀ ਕਈ ਵਾਰੀ ਗੱਲ ਆਉਂਦੀ ਆ ਜਿਹੜੇ ਹੁਣ ਸਾਡੇ ਆ ਬੱਚੇ ਮੈਡਲ ਲੈ ਕੇ ਆਏ ਆ ਇਹ 2005 ਦਾ ਪਹਿਲਾ ਬੈਚ ਹੈ ਜਿਹੜੇ ਅਸੀਂ ਇਹਨਾਂ ਨੂੰ ਠੀਕ ਏਜ ਗਰੁੱਪ ਦੇ ਵਿੱਚ ਠੀਕ ਟ੍ਰੇਨਿੰਗ ਦੇ ਕੇ ਤਾਂ ਇਹ 11 ਬੱਚੇ ਜਿਹੜੇ ਪੰਜਾਬ ਦੇ ਹਿੰਦੁਸਤਾਨ ਦੀ ਟੀਮ ਦੇ ਮੈਡਲ ਲੈ ਕੇ ਆਏ ਆ। ਇਹ ਬੇਸਿਕਲੀ ਲੌਂਗ ਟਰਮ ਦੀ ਗੱਲ ਹੈ ਤੇ ਐਜੂਕੇਸ਼ਨ ਵੀ ਲੌਂਗ ਟਰਮ ਦੀ ਗੱਲ ਹੈ ਔਰ ਸਪੋਰਟਸ ਵੀ ਜਿਹੜੀ ਲੌਂਗ ਟਰਮ ਦੀ ਗੱਲ ਹੈ। ਉਹ ਮੇਰੇ ਜਿਹੜੇ 10 ਵਾਰੀ ਆਏ ਮੈਂ 10 ਵਾਰੀ ਮਿਲ ਲਿਆ, ਜਿਹੜੇ 20 ਵਾਰੀ ਆਏ ਮੈਂ 20 ਵਾਰੀ ਮਿਲ ਲਿਆ। ਮੈਂ ਕਿਹਾ ਯਾਰ ਮੈਨੂੰ ਕੰਮ ਕਰਨ ਦਿਓ, 35 ਦਿਨ ਹੋਏ ਆ 36 ਦਿਨ ਹੋਏ ਆ ਸੋ ਜਿਹੜੀਆਂ ਚੀਜ਼ਾਂ ਸੌਟ ਆਊਟ ਹੋ ਰਹੀਆਂ ਅਸੀਂ ਸੌਟ ਆਊਟ ਕਰ ਰਹੇ ਹਾਂ। ਜਿਹੜੀਆਂ ਇਹਨਾਂ ਦੇ ਆਪਸੀ ਕੰਫਲਿਕਟ ਆ ਉਹਨਾਂ ਨੂੰ ਬਿਠਾ ਕੇ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਐਂਡ ਆਫ ਦਾ ਡੇ ਇੱਕ ਕਹਿੰਦਾ ਜੀ 42 ਸਾਲ ਉਮਰ ਹੋਣੀ ਚਾਹੀਦੀ ਆ, ਇੱਕ ਕਹਿੰਦਾ ਜੀ ਰੈਗੂਲਰ ਉਮਰ ਹੋਣੀ ਚਾਹੀਦੀ ਆ। ਸਾਡੇ ਕਾਲਜਸ ਦੇ ਜਿਹੜੇ ਲੈਕਚਰਰ ਆ ਪਿਛਲੇ 22 ਸਾਲਾਂ 'ਚ ਕਿਸੇ ਨੇ ਲੈਕਚਰਰ ਨਹੀਂ ਭਰਤੀ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਕਿਉਂਕਿ ਉਹਦੇ ਵਿੱਚ ਇੰਟਰਵਿਊ ਦੇ 20 ਨੰਬਰ ਸੀ। 20 ਨੰਬਰ ਸੱਚੀ ਗੱਲ ਆ ਉਹ ਕਿਤੇ ਨਾ ਕਿਤੇ ਇਨਫਲੂਐਂਸ ਵੀ ਹੁੰਦੇ ਸੀ ਤੇ ਉਹ ਕਰਪਸ਼ਨ ਵੀ ਸੀ। ਮੈਂ ਉਹ 20 ਦੇ 20 ਕਰ ਦਿੱਤੇ। ਮੈਂ ਕਹਿੰਦਾ ਜਿਹੜਾ ਮੈਰਿਟ ਤੇ ਆ ਜਾਊਗਾ ਉਹ ਮੈਨੂੰ ਲੱਗਦਾ ਕਿ ਅਸੀਂ 2 3 4 ਪੇਜ ਤੱਕ ਅਨਲੈਸ ਅਦਰਵਾਈਜ਼ ਕੋਈ ਕੋਰਟ ਦੀ ਕੋਈ ਇਦਾਂ ਦੀ ਡਾਇਰੈਕਸ਼ਨ ਨਾ ਹੋਈ ਕਿਉਂਕਿ 20 ਸਾਲਾਂ ਦੇ ਵਿੱਚ ਕਿਉਂਕਿ ਮੈਨੂੰ ਲੱਗਦਾ ਕਿ ਸਾਨੂੰ ਉਹਦੇ ਤੇ ਕੰਮ ਕਰਨ ਦੀ ਜ਼ਰੂਰਤ ਆ। ਸਾਡੇ ਕਾਲਜਸ ਜਿਹੜੇ ਆ ਉਹਨਾਂ ਨੂੰ ਸਮੇਂ ਦਾ ਹਾਣੀ ਬਣਾਉਣਾ, ਟੀਚਰਸ ਦੀ ਅਪਗ੍ਰੇਡੇਸ਼ਨ ਕਰਨੀ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਐਂਡ ਵੈਰੀ ਡਿਫਿਕਲਟ ਆਲਸੋ ਕਿਉਂਕਿ ਇਹਨੂੰ ਸਾਨੂੰ ਇੱਧਰ ਨੂੰ ਸੋਚਣ ਦੀ ਜ਼ਰੂਰਤ ਆ। ਮੈਂ ਤਾਂ ਤੁਹਾਨੂੰ ਰਾਦਰ ਰਿਕੁਐਸਟ ਕਰੂੰਗਾ ਕਿ ਇਹਨਾਂ ਦੀ ਜਥੇਬੰਦੀਆਂ ਨਾ ਜੇ ਕਿਤੇ ਤੁਹਾਨੂੰ ਵੀ ਕਿਤੇ ਚਾਂਸ ਮਿਲਦਾ ਕਿਉਂਕਿ ਅਲਟੀਮੇਟਲੀ ਜਦੋਂ ਕੈਮਰਾ ਆਉਂਦਾ ਨਾ ਫਿਰ ਕਿਤੇ ਬਹੁਤਾ ਜ਼ਿਆਦਾ ਇਹ ਐਗਰੈਸਿਵ ਵੀ ਹੋ ਜਾਂਦੇ ਆ। ਇਹ ਨਾ ਦੇਖੋ ਮੈਂ ਤੁਹਾਡੀ ਹਾਜ਼ਰੀ 'ਚ ਬਹਿਣ ਨੂੰ ਤਿਆਰ ਆ, ਕੋਈ ਰੌਲਾ ਹੀ ਨਹੀਂ ਹੈ। ਮੈਂ ਤਾਂ ਬੇਸਿਕਲੀ ਦੇਖੋ ਤੁਸੀਂ ਡੈਮੋਕ੍ਰੇਸੀ ਦਾ ਚੌਥਾ ਪਿਲਰ ਹੋ, ਮੈਂ ਤੁਹਾਡੀ ਹਾਜ਼ਰੀ 'ਚ ਬਹਿਣ ਨੂੰ ਤਿਆਰ ਆ ਵੀ ਆ ਜਾਓ ਯਾਰ ਡਿਸਕਸ ਕਰ ਲਈਏ, ਉਹਦੇ ਚੋਂ ਚੰਗੀ ਚੀਜ਼ ਕੱਢ ਲਈਏ ਤੇ ਨੈਗੇਟਿਵਿਟੀ ਦੇ ਵਿੱਚੋਂ ਤਾਂ ਕੁਝ ਨਹੀਂ ਨਿਕਲੂਗਾ ਕਿਉਂਕਿ ਜੇ ਕੰਮ ਨਹੀਂ ਕਰਨ ਦੇਣਗੇ, ਜੇ ਸਮਾਂ ਨਹੀਂ। ਮੈਂ ਤਾਂ ਇੱਕ ਦਿਨ ਮੀਟਿੰਗ ਵੀ ਜੇ ਕਰਦਾ ਤੇ ਰਾਤ ਨੂੰ ਕਰਦਾ, ਰਾਤ ਨੂੰ ਵੀ 7 ਵਜੇ ਬੈਠ ਕੇ ਅੱਛਾ ਨਹੀਂ ਤਾਂ ਫਿਰ ਉਹ ਸਾਰੀ ਦਿਹਾੜੀ ਉਹ ਮੇਲ ਬਣਾ ਪੜਾ ਕਰਦਾ। ਸੋ ਇਸ ਕਰਕੇ ਤੁਸੀਂ ਕਾਲਜ ਦੇ ਜਿਹੜੇ ਪ੍ਰੋਫੈਸਰ ਦੀ ਭਰਤੀ ਬਾਰੇ ਗੱਲ ਕੀਤੀ, ਆਈ ਥਿੰਕ 1100 ਦੇ ਕਰੀਬ ਹੈ। ਜਿਹੜੇ ਗੈਸਟ ਫੈਕਲਟੀ ਵਾਲੇ ਉਹ ਕਹਿੰਦੇ ਵੀ ਜੇਕਰ ਟੈਸਟ ਹੁੰਦਾ ਹੈ ਤੇ ਸਾਨੂੰ ਸਰਕਾਰ ਜਿਹੜੀ ਬਾਈਕਾਟ ਕਰੇਗੀ, ਵਕ ਕੱਢ ਦੇਵੇਗੀ। ਉਹਨਾਂ ਦੇ ਖਦਸ਼ੇ ਹੈ ਉਹਨਾਂ ਦੀ। ਜੇ ਤੁਹਾਨੂੰ ਕਹੋ ਮੇਰੇ ਕੋਲ ਇੱਕ WhatsApp 'ਚ ਚਿੱਠੀ ਹੈਗੀ ਹੈ ਮੈਂ ਤੁਹਾਨੂੰ ਭੇਜ ਦੇਣਾ। ਐਕਚੁਅਲੀ ਕੀ ਹੁੰਦਾ ਕਈ ਵਾਰੀ ਉਹਦੀ ਇੰਟਰਪ੍ਰੀਟੇਸ਼ਨ ਆਪਾਂ ਇਦਾਂ ਦੀ ਕੱਢਣਾ ਪੈਂਦੀ ਹੈ ਕਿਉਂਕਿ ਅਸੀਂ ਬਿਲਕੁਲ ਗੈਸਟ ਫੈਕਲਟੀ ਤੇ ਪਾਰਟ ਟਾਈਮ ਬਿਲਕੁਲ ਨਹੀਂ ਟੱਚ ਕਰਦੇ। ਅਸੀਂ ਤਾਂ ਈਵਨ ਉੱਥੇ ਨਹੀਂ ਭੇਜ ਰਹੇ ਜਿੱਥੇ ਉਹ ਆਲਰੇਡੀ ਕੰਮ ਕਰਦੇ ਆ ਕਿਉਂਕਿ ਸਕੋਪ ਆਫ ਵਰਕ ਜਿਹੜਾ ਆ ਬਹੁਤ ਹੈਗਾ। ਉਹਨਾਂ ਦੀ ਜੋਬ ਨੂੰ ਕੋਈ ਖਤਰਾ ਨਹੀਂ।
ਉਹਨਾਂ ਕੋਈ ਟੈਸਟ ਦੇਣਾ ਤਾਂ ਨਹੀਂ ਕੋਈ ਮੈਂ ਕਿਹਾ ਕੋਈ ਉਹਨਾਂ ਚੋਂ ਵੀ ਜਿਨ੍ਹਾਂ ਨੇ ਟੈਸਟ ਦਿੱਤਾ ਆ ਹੋ ਸਕਦਾ ਉਹਨਾਂ ਚੋਂ ਵੀ ਰੈਗੂਲਰ ਉਹਨਾਂ ਚੋਂ ਵੀ ਜਿਨ੍ਹਾਂ ਨੇ ਟੈਸਟ ਦਿੱਤਾ ਆ ਉਹਨਾਂ ਚੋਂ ਵੀ ਹੋ ਸਕਦਾ ਰੈਗੂਲਰ ਪਰ ਜਿਹੜੇ ਨਹੀਂ ਰੈਗੂਲਰ ਹੋਣਗੇ ਉਹਨਾਂ ਨੂੰ ਕਿਸੇ ਕਿਸਮ ਦਾ ਵੀ ਕੰਟੀਨਿਊ ਕਰ ਰਹੇ ਬਿਲਕੁਲ ਕੰਟੀਨਿਊ ਇੱਕ ਸਰ ਹੋਰ ਹੈ ਇਹਦੇ ਭਾਗ ਦੇ ਵਿੱਚ ਟਰੈਕਟਰ ਦੀ ਪੋਸਟ ਬਾਰੇ ਸੀਆਰ ਸਵੀਚ ਦਾ ਉਹਦੀ ਏਜ ਮੈਂਸ਼ਨ ਹੀ ਹੈ ਨਹੀਂ ਕੋਈ ਲਿਮਿਟ ਨਹੀਂ ਹੈ ਕਿ ਉਹਦੇ ਜੋ ਉਹ ਬੜੀ ਖਾਮੀ ਹੈ ਕਿ ਐਕਚੁਅਲੀ ਦੇਖੋ ਇਹ ਜਿਹੜੀਆਂ ਸਪੈਸ਼ਲਾਈਜ਼ਡ ਜੌਬਸ ਹੁੰਦੀਆਂ ਮੰਨ ਲਓ ਡਾਕਟਰ ਹੈ ਇਹ ਜਿੰਨਾ ਵੀ ਉਹਦਾ ਐਕਸਪੀਰੀਅੰਸ ਹੋਈ ਜਾਊਗਾ ਉਨਾ ਠੀਕ ਰਹੂਗਾ ਕਿਉਂਕਿ ਅਸੀਂ ਤਾਂ ਜਦੋਂ ਮੈਰਿਟ ਦੀ ਗੱਲ ਕਰਦੇ ਹਾਂ ਮੈਰਿਟ ਤੇ ਕਦੀ ਕੰਪਰੋਮਾਈਜ਼ ਨਹੀਂ ਕਰਦੇ ਇਸੇ ਕਰਕੇ ਮੈਂ ਜ਼ਿਆਦਾ ਲੂਜ਼ ਗੱਲਾਂ ਰੱਖਦਾ ਹੁੰਦਾ ਉਹ ਇਸ ਕਰਕੇ ਰੱਖਦਾ ਹੁੰਦਾ ਕਿ ਉਹਦੇ ਚ ਕਿਤੇ ਨਾ ਕਿਤੇ ਤੁਹਾਡੇ ਕੋਲ ਚੰਗੇ ਬੰਦੇ ਲਈ ਉਹ ਜਗ੍ਹਾ ਨਹੀਂ ਇੰਨੀ ਜਗ੍ਹਾ ਜੇ ਸਰ ਜਿਹੜਾ 5ਵੀਂ ਤੇ 8ਵੀਂ ਦੇ ਬੱਚੇ ਹੈਗੇ ਆ ਸਰਕਾਰੀ ਸਕੂਲਾਂ ਦੇ ਰਜਿਸਟ੍ਰੇਸ਼ਨ ਜਿਹੜਾ ਨਹੀਂ ਕਰਾਈ 1000 ਰੁਪਇਆ ਜੁਰਮਾਨਾ ਲਗਾਇਆ ਜਾ ਰਿਹਾ ਐਜੂਕੇਸ਼ਨ ਉਹ ਆਲਰੇਡੀ ਕਨਵੇ ਹੋ ਗਿਆ ਕਿਉਂਕਿ ਅਸੀਂ ਡੇਟ ਵਧਾ ਲਈ ਹੈ ਸੋ देयर विल नॉट बी एनी प्रॉब्लम ਸਰ ਹੁਣ ਮੰਨ ਲਓ ਮੈਂ ਟੀਚਰਸ ਨੂੰ ਭਰਤੀ ਕਰਨਾ ਚਾਹੁੰਦਾ ਲੇਕਿਨ ਇੱਕ ਕੋਰਟ ਦੀ ਐਪਲੀਕੇਸ਼ਨ ਨੇ ਸਾਡੀ 18000 ਟੀਚਰ ਦੀ ਭਰਤੀ ਹੋਲਡ ਕੀਤੀ ਹੋਈ ਹੈ ਹੁਣ ਜਿਹੜੀ ਗੱਲ ਕੋਰਟ ਦੀ ਆ ਉਹਦੇ ਤੇ ਤਾਂ ਮੈਂ ਕਮੈਂਟ ਨਹੀਂ ਕਰ ਸਕਦਾ ਲੇਕਿਨ ਜਿਹੜੀ ਮੇਰੀ ਜ਼ਿੰਮੇਵਾਰੀ ਹੈ ਐਜ਼ ਅ ਗਵਰਨਮੈਂਟ ਆਈ ਹੈਵ ਟੂ ਫੁਲਫਿਲ ਦੈਟ ਅੱਛਾ ਇੱਕ ਦੱਸ ਦਿਓ ਕਿੰਨੀਆਂ ਭਰਤੀਆਂ ਨੇ ਨਵੀਆਂ ਥੋੜ੍ਹਾ ਅਸੀਂ ਲਾਈਨ ਰਿਪੋਰਟ ਕਰ ਲਾਂਗੇ ਕਦੋਂ ਤੱਕ ਨਵੀਆਂ ਜਿਹੜੀਆਂ ਤੁਸੀਂ ਦੱਸ ਦੇ ਕਿ ਕਲੀਅਰ ਕਰ ਦਿਓ ਕਦੋਂ ਤੱਕ ਮੈਨੂੰ ਤਾਂ ਜੇ ਇਹ 38 ਤਰੀਕ ਨੂੰ ਤੇ 2 ਦਸੰਬਰ ਨੂੰ ਹੀ ਅਲਾਉ ਕਰ ਦੇਣ ਕਿਉਂਕਿ 8393 ਜਿਹੜੀ ਆ ਉਹਨਾਂ ਨੇ ਕਿਉਂਕਿ ਅਸੀਂ 28 ਤਰੀਕ ਨੂੰ ਐਗਜ਼ਾਮ ਰੱਖਿਆ ਸੀ ਉਹਨਾਂ ਦੀ 29 ਤਰੀਕ ਕੋਰਟ ਨੇ ਪਾਸ ਕੀਤੀ ਵੀ ਤੁਸੀਂ 29 ਤਰੀਕ ਤੱਕ ਹੋਲਡ ਕਰੋ ਸੋ ਵੀ ਆਰ ਰੈਡੀ ਕਿ ਉਹਨਾਂ ਦੇ ਐਗਜ਼ਾਮ ਹੋ ਜਾਣ ਅਸੀਂ ਵਿਦਿਨ 1 ਵੀਕ ਅਸੀਂ ਉਹਨਾਂ ਦੇ ਕਿਉਂਕਿ ਅਸੀਂ ਸਾਰਾ ਕੁਝ ਉਹਦੇ ਵਿੱਚੋਂ ਜਿਹੜਾ ਇੰਟਰਵਿਊ ਵਾਲਾ ਪਾਰਟ ਆ ਉਹ ਬਿਲਕੁਲ ਕੱਢ ਦਿੱਤਾ ਇਸ ਕਰਕੇ ਕੱਢਤਾ ਕਿ ਉਹਦੇ ਤੇ ਇਲਜ਼ਾਮ ਵੀ ਲੱਗਦੇ ਆ ਕਾਊਂਟਰ ਐਲੀਗੇਸ਼ਨ ਲੱਗਦੇ ਆ ਕੋਈ ਕਿੰਨਾ ਕੁਝ ਹੋ ਗਿਆ ਸੋ ਮੈਨੂੰ ਲੱਗਦਾ ਕਿ ਅਸੀਂ ਉਹ 10 ਦਸੰਬਰ ਤੱਕ ਜਿਹੜਾ ਉਹ ਸੋਲਵ ਕਰ ਲਾਂਗੇ ਔਰ ਉਹਦੇ ਤੋਂ ਇਲਾਵਾ ਵੀ ਅਸੀਂ 15000 ਦੇ ਕਿਉਂਕਿ 1180 ਇੱਕ ਹੈ ਤੇ ਲਗਭਗ 2.5 ਤੋਂ 3000 ਕਿਉਂਕਿ ਮੈਂ ਤਾਂ 31 ਮਾਰਚ 2022 ਤੱਕ ਦੀਆਂ ਜਿੰਨੀਆਂ ਵੀ ਸਾਡੀਆਂ ਵੈਕੈਂਸੀਜ਼ ਹੈ ਉਹ ਮੈਂ ਕੱਢ ਕੇ ਉਹ ਕੈਬਨਿਟ ਕੋਲ ਲੈ ਗਿਆ ਵੀ ਤਾਂ ਕਿ ਸਾਨੂੰ ਆਹ ਵੀ ਅਲਾਉ ਕਰੋ ਸਾਡਾ ਤਾਂ ਕਿ ਕਿਸੇ ਕਿਸਮ ਦਾ ਵੀ ਜਿਹੜਾ ਇਹਦੇ ਵਿੱਚ ਬੈਕਲੌਗ ਨਾ ਆਵੇ ਇਹ ਖਰਚੇ ਦੀ ਗੱਲ ਕਰੇ ਜੀ ਸਕੂਲਾਂ ਦਾ ਕੀ ਮੈਂ ਸਕੂਲਾਂ ਦੀ ਗੱਲ ਕਰ ਇਹ ਰਿਹਾ ਜਿਹੜੀ 1100 ਲੈਕਚਰ 15 ਦਸੰਬਰ ਤੱਕ 8393 ਦੀ ਕਾਗਜ਼ ਭਰਤੀ ਹੋਈ ਮੈਂ ਤਾਂ ਕਹਿੰਦਾ ਜੇ ਮੈਨੂੰ 29 ਤਰੀਕ ਨੂੰ ਅਲਾਉ ਕਰ ਦੇਣਗੇ ਤਾਂ ਮੈਂ 10 12 ਦਸੰਬਰ ਤੱਕ ਸਰ